ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਇਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੀਦਾਰ ਕਰਾਂਗੇ ਗੁਰੂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪੰਨਾ ਨੰਬਰ 129, ਪਾਵਨ ਅੰਗ 129 ਦੇ ਉੱਪਰ ਅੰਕਿਤ ਮਾਝ ਰਾਗ ਦੀ 32ਵੀਂ ਅਸ਼ਟਪਦੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ 31ਵੀਂ ਅਸ਼ਟਪਦੀ। ਇਹਦੇ 5 ਪਦਿਆਂ ਦੀ ਵਿਚਾਰ ਆਪਾਂ ਪਿੱਛੇ ਕੀਤੀ। ਪਿਛਲੇ ਪਦੇ ਵਿੱਚ ਸਤਿਗੁਰੂ ਜੀ ਗੁਰਮੁਖ ਪ੍ਰਵਿਰਤੀ ਬਾਰੇ ਦੱਸ ਰਹੇ ਸਨ। ਸਾਡੇ ਅੰਦਰ ਚਾਉ ਜਗਾ ਰਹੇ ਸੀ, ਅਸੀਂ ਵੀ ਐਸੇ ਗੁਰਮੁਖ ਬਣਨਾ ਹੈ। ਇਸ 6ਵੇਂ ਪਦੇ ਅੰਦਰ ਮਨਮੁਖ ਪ੍ਰਵਿਰਤੀ ਕੀ ਹੁੰਦੀ ਹੈ ਤੇ ਕਿੱਦਾਂ ਮਨਮੁਖ ਪ੍ਰਵਿਰਤੀ ਵੱਲ ਮਨੁੱਖ ਖਿੱਚਿਆ ਜਾਂਦਾ ਹੈ, ਕਿੱਦਾਂ ਉਸ ਤੋਂ ਬਚਿਆ ਜਾ ਸਕਦਾ ਹੈ। ਸਤਿਗੁਰੂ ਜੀ ਸਿਖਾ ਰਹੇ ਨੇ, ਆਓ ਸਿੱਖਣ ਦਾ ਯਤਨ ਕਰੀਏ ਜੀ। ਮਨਮੁਖ ਸਦਾ ਬਗ ਮੈਲਾ, ਹਉਮੈ ਮਲ ਲਾਈ। ਮਨਮੁਖ ਦੇ ਅੰਦਰ ਬਗਲੇ ਦੀ ਬਿਰਤੀ ਹੈ, ਜਾਣੀ ਮਨ ਬਗਲੇ ਦੀ ਜੂਨੀ ਵਿੱਚ ਹੁੰਦਾ ਹੈ। ਉਹ ਕੀ ਹੈ? ਹਉਮੈ ਦੀ ਮੈਲ ਹੈ ਕਿ ਮੈਂ ਇਸ ਪਾਣੀ ਦੇ ਉੱਪਰ ਮੈਂ ਮਾਲਕ ਹਾਂ, ਜੋ ਮੈਂ ਚਾਹਾਂ ਮੈਂ ਕਰ ਸਕਦਾ ਔਰ ਮੈਂ ਕਰਾਂਗਾ। ਇਸ ਬਿਰਤੀ ਵਿੱਚ ਬਗਲਾ ਬੈਠਦਾ ਹੈ। ਮੱਛੀਆਂ ਨੂੰ, ਡੱਡਾਂ ਨੂੰ ਭੁਲੇਖਾ ਪਾਉਣ ਵਾਸਤੇ ਸਮਾਧੀ ਲਾ ਲੈਂਦਾ ਹੈ, ਟੈਚੂ ਬਣ ਜਾਂਦਾ ਹੈ, ਚੁੱਪਚਾਪ ਬੈਠਾ ਹੁੰਦਾ ਹੈ। ਪਰ ਅੰਦਰ ਪ੍ਰਵਿਰਤੀ ਕੀ ਹੈ? ਡੱਡਾਂ ਮਿਲਣ, ਡੱਡਾਂ ਖਾਂਦਾ ਹੈ। ਅਗਲੀ ਪੰਕਤੀ ਪੜ੍ਹ ਲਈਏ, ਫਿਰ ਇਸ ਮਨ ਨੂੰ ਬਗਲੇ ਦੀ ਪ੍ਰਵਿਰਤੀ ਵਾਂਗ ਸਮਝਣ ਦਾ ਯਤਨ ਕਰ। ਅਗਲੀ ਪੰਕਤੀ, ਇਸ਼ਨਾਨ ਕਰੈ ਪਰ ਮੈਲ ਨਾ ਜਾਈ। ਉਹ ਇਸ਼ਨਾਨ ਕਰਦਾ, ਪਾਣੀ 'ਚ ਜਾਂਦਾ ਹੈ, ਪਰ ਉਹਦਾ ਪਾਣੀ ਵਿੱਚ ਜਾਣ ਦਾ ਮਕਸਦ ਕੀ ਹੈ? ਡੱਡਾਂ ਫੜਨੀਆਂ ਨੇ, ਡੱਡੀਆਂ ਮੱਛੀਆਂ ਖਾਣੀਆਂ ਨੇ। ਉਹਦਾ ਵਿਜ਼ਨ ਇਸ਼ਨਾਨ ਕਰਨਾ ਹੈ ਹੀ ਨਹੀਂ। ਉਹਨੂੰ ਲੱਗਦਾ ਇਸ ਪਾਣੀ ਦਾ ਮੈਂ ਮਾਲਕ ਹਾਂ, ਜੇ ਮਰਜ਼ੀ ਕਰਾਂ। ਇਸੇ ਤਰ੍ਹਾਂ ਮਨ ਜਦੋਂ ਬਗਲਾ ਪ੍ਰਵਿਰਤੀ ਵਿੱਚ ਆਉਂਦਾ ਹੈ ਨਾ, ਪਹੁੰਚਦਾ ਹੈ ਰੱਬੀ ਉਪਦੇਸ਼ਾਂ ਦੇ ਅੰਮ੍ਰਿਤ ਰਸ ਵਾਲੇ ਸਰੋਵਰ ਤੇ। ਧਾਰਮਿਕ ਗ੍ਰੰਥਾਂ ਦਾ ਪਠਨ ਕਰੇਗਾ, ਸੁਣੇਗਾ। ਅੰਦਰ ਵਿਜ਼ਨ ਕੀ ਹੈ? ਮੇਰੀਆਂ ਮੰਗਾਂ ਪੂਰੀਆਂ ਹੋਣ, ਮੇਰੀਆਂ ਇੱਛਾਵਾਂ ਪੂਰੀਆਂ ਹੋਣ, ਦੁਨਿਆਵੀ ਪ੍ਰਵਿਰਤੀਆਂ। ਮੈਲ ਅੰਦਰ ਕੀ ਹੈ? ਆਦਤਾਂ ਦੀ ਮੈਲ ਹੈ, ਨਿੰਦਾ ਕਰਨ ਦੀ ਆਦਤ ਮੈਲ ਹੈ। ਹੁਣ ਬਗਲਾ ਪ੍ਰਵਿਰਤੀ ਜਿਹੜਾ ਮਨ ਹੈ, ਉਹਦੀ ਇੱਛਾ ਹੀ ਨਹੀਂ ਹੈ, ਵਿਜ਼ਨ ਹੀ ਨਹੀਂ ਹੈ ਕਿ ਮੈਂ ਗੁਰੂ ਕੋਲੇ ਚੱਲਿਆ ਸਿੱਖਣ ਵਾਸਤੇ, ਕਿ ਮੇਰੇ ਅੰਦਰੋਂ ਨਿੰਦਾ ਕਰਨ ਦੀ ਪ੍ਰਵਿਰਤੀ ਕਿਵੇਂ ਹਟੇ। ਹੁਣ ਤਾਂ ਕਿਸੇ ਨੇ ਕਹਿ ਦਿੱਤਾ ਤੂੰ ਸੁਖਮਨੀ ਸਾਹਿਬ ਦਾ ਪਾਠ ਕਰੀ, ਤੇਰੀਆਂ ਮੰਗਾਂ ਪੂਰੀਆਂ ਹੋ ਜਾਣਗੀਆਂ। ਸੁਖਮਨੀ ਸਾਹਿਬ ਦਾ ਪਾਠ ਕਰੇਗਾ, ਕਿਉਂਕਿ ਵਿਜ਼ਨ ਮੰਗਾਂ ਨੇ।
ਉਸ ਵਿੱਚ ਪੰਗਤੀ ਆਏਗੀ, "ਕਰਨ ਨਾ ਸੁਣੈ ਕਾਹੂ ਕੀ ਨਿੰਦਾ"। ਕਰੇਗਾ, ਪੜ੍ਹੇਗਾ, ਝੂਮ ਜਾਏਗਾ। ਵਿਜ਼ਨ ਇਹ ਨਹੀਂ ਹੈ ਕਿ ਮੈਂ ਵੇਖਾਂ ਮੇਰੇ ਅੰਦਰ ਨਿੰਦਾ ਕਰਨ ਦੀ ਆਦਤ ਕਿੰਨੀ ਕੁ ਹੈ ਤੇ ਉਸਨੂੰ ਦੂਰ ਕਰਾਂ, ਕਿਉਂਕਿ ਵਿਜ਼ਨ ਹੋਰ ਹੈ। ਲੋਭ ਲਾਲਚ ਦਾ ਵਿਜ਼ਨ ਹੈ, ਤਾਂ ਆਪਣੇ ਲੋਭ ਲਈ, ਪੈਸੇ ਕਮਾਉਣ ਲਈ ਗਲਤ ਤਰੀਕੇ ਵਰਤੇਗਾ। ਕਦੀ ਕਦਾਈ ਤੇ ਉਹ ਪੈਸੇ ਕਮਾਉਣ ਲਈ ਗੁਰਬਾਣੀ ਨੂੰ ਹੀ ਗਲਤ ਤਰੀਕੇ ਨਾਲ ਵਰਤਦਾ ਹੈ। ਇਹ ਅੰਦਰਲੀ ਮੈਲ ਗਈ ਨਹੀਂ, ਕਿਉਂਕਿ ਬਗਲਾ ਉਹ ਮੈਲ ਲਾਹੁਣ ਨਹੀਂ ਜਾਂਦਾ। ਉਹਦਾ ਵਿਜ਼ਨ ਡੱਡੀਆਂ ਮੱਛੀਆਂ ਨੇ। ਇਹ ਮਨ ਵੀ ਜਦੋਂ ਬਗਲੇ ਵਾਲੀ ਪ੍ਰਵਿਰਤੀ ਵਿੱਚ ਹੁੰਦਾ ਹੈ, ਇਹ ਧਾਰਮਿਕ ਗ੍ਰੰਥਾਂ ਨੂੰ, ਆਪਣੇ ਸੋਚ ਸੁਭਾਅ ਨੂੰ ਬਦਲਣ ਵਾਸਤੇ ਨਹੀਂ, ਮੰਗਾਂ ਨਾਲ ਜੋੜ ਕੇ ਰੱਖਦਾ ਹੈ। ਉਹਦੇ 'ਚੋਂ ਕਰਮਕਾਂਡ ਪੈਦਾ ਹੁੰਦੇ। ਇਹਨੂੰ ਸਮਝ ਨਹੀਂ ਲੱਗੀ ਅਸਲੀ ਮਕਸਦ ਕੀ ਸੀ। ਜੀਵਤ ਮਰੈ ਗੁਰ ਸ਼ਬਦ ਵਿਚਾਰੈ, ਹਉਮੈ ਮੈਲ ਚੁਕਾ ਬਣਿਆ। ਵਿਜ਼ਨ ਤਾਂ ਆ ਸੀ, ਮਕਸਦ ਤਾਂ ਆ ਸੀ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਉਪਦੇਸ਼ ਨੂੰ ਸਮਝਣਾ ਹੈ, ਉਹਨੂੰ ਮੰਨਣਾ ਹੈ। ਉਹਨੂੰ ਕਹਿੰਦੇ ਨੇ ਗੁਰ ਸ਼ਬਦ ਵਿਚਾਰ ਹੈ। ਫਿਰ ਜਿਉਂਦੇ ਜੀ ਕੁਸੰਗੀ ਪ੍ਰਭਾਵ ਤੇ ਕੁਸੰਗੀ ਪ੍ਰਵਿਰਤੀਆਂ ਤੋਂ, ਪਸ਼ੂ ਪ੍ਰਵਿਰਤੀਆਂ ਤੋਂ ਮਨ ਨੂੰ ਮਾਰਨਾ ਹੈ। ਹਉਮੈ ਦੀ ਮੈਲ ਚੁੱਕਣੀ ਹੈ। ਨਹੀਂ ਮੰਨਣਾ ਕਿ ਮੇਰਾ ਸੁਭਾਅ ਪਰਫੈਕਟ ਹੈ, ਮਨ ਦੀਆਂ ਕਮਜ਼ੋਰੀਆਂ ਨੇ, ਉਹਨੂੰ ਫਾਈਂਡ ਆਊਟ ਕਰਨਾ ਹੈ। ਸੁਭਾਅ ਵਿੱਚ ਵੀ, ਸੋਚ ਵਿੱਚ ਵੀ ਜਿਹੜੀਆਂ ਕਮਜ਼ੋਰੀਆਂ ਨੇ, ਉਹਨੂੰ ਲੱਭਣਾ ਹੈ ਗੁਰੂ ਉਪਦੇਸ਼ ਵਿੱਚੋਂ ਤੇ ਦੂਰ ਕਰਨਾ। ਆਹ ਵਿਜ਼ਨ ਹੈ ਗੁਰੂ ਦੇ ਕੋਲ ਜਾਣ ਦਾ, ਬਾਣੀ ਪੜ੍ਹਨ ਦਾ। ਫਿਰ ਜੋ ਪ੍ਰਾਪਤੀ ਹੋਣੀ ਹੈ, ਰਤਨ ਪਦਾਰਥ ਘਰ ਤੇ ਪਾਇਆ, ਅੰਦਰ ਗਿਆਨ ਰੂਪੀ ਰਤਨ ਦਾ ਪਦਾਰਥ, ਉਹਨੂੰ ਸੋਝੀ ਕਹਿੰਦੇ ਨੇ, ਆਤਮਿਕ ਸੋਝੀ। ਉਸਨੇ ਸੋਚ ਸੁਭਾਅ ਬਦਲ ਦੇਣੀ ਹੈ। ਗਲਤ ਤਰੀਕੇ ਨਾਲ ਪੈਸੇ ਕਮਾਉਣ ਦੀ ਬਜਾਏ ਗੁਰੂ ਤੇ ਵਿਸ਼ਵਾਸ ਕਰਨਾ ਹੈ। ਪੈਸਾ ਘੱਟ ਆਏਗਾ, ਕੋਈ ਗੱਲ ਨਹੀਂ, ਕਿਉਂਕਿ ਲੋਭੀ ਹੋ ਕੇ ਜਿਉਣ ਨਾਲ ਅੰਦਰ ਬਖਸ਼ਿਸ਼ ਨਹੀਂ ਆ ਸਕਦੀ। ਅੰਦਰੋਂ ਹੀ ਗਿਆਨ ਰੂਪੀ ਰਤਨ ਪਦਾਰਥ, ਆਤਮਿਕ ਸੋਝੀ ਦਾ ਪਦਾਰਥ ਪ੍ਰਾਪਤ ਹੁੰਦਾ ਹੈ। ਪੂਰਾ ਸਤਿਗੁਰ ਸ਼ਬਦ ਸੁਣਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਰੱਬੀ ਆਵਾਜ਼ ਹੈ, ਨਿਰੰਕਾਰ ਦੀ ਬਾਣੀ। ਗੁਰੂ ਸਾਹਿਬ ਕਹਿ ਕੀ ਰਹੇ ਨੇ, ਉਹ ਸਤਿਗੁਰ ਸਰੂਪ ਹੈ। ਜਦੋਂ ਇਸ ਭਾਵਨਾ ਨਾਲ ਪੜ੍ਹੇਗਾ, ਸੁਣੇਗਾ ਨਾ, ਗੁਰੂ ਸਾਹਿਬ ਕਹਿ ਕੀ ਰਹੇ ਨੇ, ਜੋ ਕਹਿ ਰਹੇ ਨੇ ਉਹ ਉਪਦੇਸ਼ ਹੈ, ਸ਼ਬਦ ਹੈ, ਗੁਰ ਸਰੂਪ ਹੈ। ਇੱਦਾਂ ਫਿਰ ਸਤਿਗੁਰ ਸਰੂਪ ਨੇ ਤੈਨੂੰ ਗੁਰ ਉਪਦੇਸ਼ ਸੁਣਾਉਣਾ ਹੈ, ਰੱਬੀ ਉਪਦੇਸ਼ ਸੁਣਾਉਣਾ ਹੈ। ਬੜਾ ਚੰਗਾ ਲੱਗਣਾ ਹੈ। ਜੇ ਬਖਸ਼ਿਸ਼ ਹੋ ਗਈ ਤਾਂ ਬਹੁਤ ਚੰਗਾ ਲੱਗਣਾ ਹੈ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣ ਆਪ ਪਛਾਨਣ ਆ। ਅੰਦਰੋਂ ਅਗਿਆਨਤਾ ਦਾ ਹਨੇਰਾ ਮਿਟਦਾ ਹੈ, ਅੰਦਰ ਸੋਝੀ ਆਉਂਦੀ ਹੈ, ਆਪ ਪਛਾਨਣ ਆ। ਆਪਣੇ ਸੁਭਾਅ ਨੂੰ ਪਹਿਚਾਣਦਾ ਹੈ, ਆਪਣੀ ਸੋਚ ਨੂੰ ਪਛਾਣਦਾ ਹੈ। ਸੋਚ ਤੇ ਸੁਭਾਅ ਨੂੰ ਪਛਾਣ ਕੇ ਉਹਦਾ ਕੁਝ ਹਿੱਸਾ ਹੈ ਜਿਹੜਾ ਗੁਰੂ ਉਪਦੇਸ਼ ਦੇ ਫਿੱਟ ਨਹੀਂ ਆਉਂਦਾ, ਉਹਨੂੰ ਦੂਰ ਕਰਦਾ ਹੈ। ਇਹ ਜੋ ਪ੍ਰਕਿਰਿਆ ਹੈ, ਇਹ ਰੱਬੀ ਨਿਜ਼ਮ ਹੈ, ਵਾਹਿਗੁਰੂ ਜੀ ਦਾ ਖੇਲ ਹੈ। ਆਪ ਉਪਾਏ ਤੈ ਆਪੇ ਵੇਖੈ। ਇਸ ਤਰੀਕੇ ਨਾਲ ਵਾਹਿਗੁਰੂ ਜੀ ਆਪ ਹੀ ਪੈਦਾ ਕਰਦੇ ਨੇ, ਆਪ ਹੀ ਵੇਖਦੇ ਨੇ, ਆਪੇ ਵਿਧੀਆਂ ਵਰਤਾ ਦਿੰਦੇ ਨੇ, ਮਾਹੌਲ ਬਣਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹੱਥ ਤੇ ਹੱਥ ਧਰ ਕੇ ਬੈਠ ਜਾਈਏ ਕਿ ਜਦੋਂ ਰੱਬ ਬਖਸ਼ਿਸ਼ ਦੇਗਾ ਤਦ ਕਰਨਾ। ਨਹੀਂ ਨਹੀਂ, ਤੂੰ ਉਦਮ ਕਰੇਗਾ ਤਾਂ ਬਖਸ਼ਿਸ਼ ਸ਼ੁਰੂ ਹੋਏਗੀ। ਤੂੰ ਭਾਵਨਾ ਬਣਾਏਗਾ ਤਾਂ ਤੈਨੂੰ ਚੰਗਾ ਲੱਗਣ ਲੱਗ ਜਾਏਗਾ। ਤੂੰ ਸਮਝਣ ਦੀ ਭਾਵਨਾ ਬਣਾਏਗਾ ਤੇ ਸਮਝਣ ਲਈ ਉਦਮ ਕਰੇਗਾ ਤਾਂ ਤੈਨੂੰ ਸਮਝ ਆਉਣੀ ਸ਼ੁਰੂ ਹੋ ਜਾਏਗੀ। ਆਖੋ ਇੱਦਾਂ ਵਾਹਿਗੁਰੂ ਜੀ ਖੇਲ ਵਰਤਾਉਂਦੇ। ਸਤਿਗੁਰ ਸੇਵੈ ਸੋ ਜਨ ਲੇਖੈ। ਫਿਰ ਸਤਿਗੁਰੂ ਦੀ ਅਸਲੀ ਸੇਵਾ ਸਮਝ ਲੱਗ ਜਾਏਗੀ, ਉਹ ਹੈ ਗੁਰੂ ਦਾ ਹੁਕਮ। ਫਿਰ ਉਹ ਜੀਵਨ ਲੇਖੇ ਵਿੱਚ ਹੁੰਦਾ ਹੈ, ਕਿਉਂਕਿ ਗੁਰੂ ਦਾ ਸੇਵਕ ਬਣ ਜਾਂਦਾ ਹੈ, ਰੱਬ ਦਾ ਸੇਵਕ ਬਣ ਜਾਂਦਾ ਹੈ। ਉਹਦੇ ਹਿਰਦੇ ਵਿੱਚ ਸੋਝੀ ਆਉਂਦੀ ਹੈ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਅੰਦਰ ਗਿਆਨ ਰੂਪੀ ਨਾਮ ਹਿਰਦੇ 'ਚ ਵਸਦਾ ਹੈ, ਆਤਮਿਕ ਸੋਝੀ ਆਉਂਦੀ ਹੈ। ਇਹਨੂੰ ਗੁਰੂ ਕਿਰਪਾ ਕਹਿੰਦੇ ਨੇ। ਇਸ ਤਰੀਕੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਇਹ ਪ੍ਰਾਪਤੀ ਹੁੰਦੀ ਹੈ। ਮਾਝ ਮਹੱਲਾ ਤੀਜਾ। ਅਗਲਾ ਜੋ ਸ਼ਬਦ ਹੈ, ਮਾਝ ਰਾਗ ਦੀ 33ਵੀਂ ਅਸ਼ਟਪਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਇਹ 32ਵੀਂ ਅਸ਼ਟਪਦੀ।
ਸ਼ੁਰੂ ਹੋ ਰਹੀ ਹੈ। ਮਾਇਆ ਮੋਹ ਜਗਤ ਸਬਾਇਆ। ਸਤਿਗੁਰੂ ਜੀ ਕਹਿੰਦੇ ਸਾਰਾ ਸੰਸਾਰ ਯਾਨੀ ਦੁਨੀਆ ਤੇ ਬਹੁਤਾਤ ਮਾਇਆ ਦੇ ਮੋਹ ਵਿੱਚ ਫਸੀ ਹੋਈ ਹੈ। ਮਾਇਆ ਕੀ ਹੈ? ਗੁਰੂ ਅਮਰਦਾਸ ਸਾਹਿਬ ਜੀ ਦਾ ਇੱਕ ਸ਼ਬਦ ਆਇਆ ਸੀ, ਉਹਨੂੰ ਯਾਦ ਰੱਖਿਓ। ਉਸ ਵਿੱਚ ਲਿਖਿਆ ਸੀ ਕਿ ਮਾਇਆ ਕਿਹੜੇ ਕਰਮ ਕਮਾਉਂਦੀ ਹੈ ਤੇ ਮਾਇਆ ਹੈ ਕੀ ਹੈ। ਸਤਿਗੁਰਾਂ ਕਿਹਾ ਸੀ ਦੁੱਖ ਸੁੱਖ ਇਹ ਜੀਉ ਬੱਧ ਹੈ, ਇਹ ਕਰਮ ਕਮਾਉਂਦੀ ਹੈ ਕਿ ਉਹ ਦੁੱਖਾਂ ਤੇ ਸੁੱਖਾਂ ਦੇ ਵਿੱਚ ਬੰਨਿਆ ਹੁੰਦਾ। ਕਿਵੇਂ? ਉਹ ਸੁੱਖਾਂ ਦੀ ਕਾਮਨਾ ਕਰਦਾ ਹੈ ਤੇ ਦੁੱਖਾਂ ਤੋਂ ਬਚਣਾ ਚਾਹੁੰਦਾ। ਇਹ ਜਿਹੜੀ ਭਾਵਨਾ ਹੈ ਨਾ, ਇਹ ਮਾਇਆ। ਇਹਦੇ ਵਿੱਚ ਫਸਿਆ ਹੋਇਆ ਮਨੁੱਖ ਜਦੋਂ ਧਰਮ ਕਮਾਉਂਦਾ ਨਾ, ਕਿਸ ਲਈ ਕਮਾਉਂਦਾ ਹੈ? ਕਿ ਦੁਨਿਆਵੀ ਸੁੱਖ ਮਿਲਣ, ਮੰਗਾ ਮੰਗਦਾ ਹੈ, ਮੰਗਾ ਮੰਗਦਾ ਹੈ ਤੇ ਦੁੱਖ ਨਾ ਆਉਣ, ਉਸ ਡਰ ਵਿੱਚ ਅਰਦਾਸਾਂ ਕਰਦਾ ਹੈ। ਉਹ ਜਿਹੜੇ ਦੁਨਿਆਵੀ ਦੁੱਖ ਨਾ ਆਉਣ, ਉਹਦੇ ਲਈ ਧਰਮ ਦੇ ਕਰਮ ਕਰਦਾ। ਉਹ ਨਿਰਾ ਕਰਮ ਕਾਂਡ ਆਖੋ। ਇਹਨੂੰ ਪਤਾ ਹੀ ਨਹੀਂ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਦੁੱਖ ਨਹੀਂ ਆਏ। ਗੁਰੂ ਕੇ ਪਿਆਰੇ ਸਚਿਆਰਿਆਂ ਦੀ ਜ਼ਿੰਦਗੀ 'ਚ ਦੁੱਖ ਨਹੀਂ ਆਏ। ਦੁਨੀਆ ਲਈ ਕੁਝ ਕਰਨਾ ਹੈ, ਪਰਉਪਕਾਰ ਕਰਨਾ ਹੈ, ਗੁਰੂ ਦੇ ਮਾਰਗ ਤੇ ਤੁਰਨਾ ਹੈ, ਦੁੱਖਾਂ ਨਾਲ ਸਾਂਝ ਤਾਂ ਪਾਉਣੀ ਪਵੇਗੀ। ਕੁਝ ਲੋਕ ਤੁਹਾਨੂੰ ਦੂਰੋਂ ਦੂਰੋਂ ਦੇਖਣਗੇ, ਉਹ ਕਨਫਿਊਜ਼ ਹੋਣਗੇ, ਉਹਨਾਂ ਨੂੰ ਪੂਰੀ ਪਿਕਚਰ ਕਲੀਅਰ ਨਹੀਂ ਹੋਏਗੀ, ਤੁਹਾਡੇ ਮਿਸ਼ਨ ਬਾਰੇ ਪੂਰਾ ਨਹੀਂ ਪਤਾ ਹੋਏਗਾ। ਤੁਸੀਂ ਲੱਖ ਸੱਚੇ ਸੁੱਚੇ ਹੋਵੋ, ਉਹਨਾਂ ਨੇ ਨਿੰਦਾ ਕਰ ਕਰਕੇ ਧੁੰਦਲੀ ਤਸਵੀਰ ਪੇਸ਼ ਕਰਨੀ ਹੈ। ਇਹ ਲਾਜ਼ਮੀ ਰਹੇਗਾ, ਹਰ ਬੰਦੇ ਦੇ ਰਹੇਗਾ। ਜਿੱਡਾ ਕੁ ਦਾਇਰਾ ਤੁਹਾਡਾ ਸਮਾਜਿਕ ਦਾਇਰਾ ਵੱਧਦਾ ਜਾਏਗਾ, ਉਹਨਾਂ ਕੋ ਨਿੰਦਕਾਂ ਦਾ ਦਾਇਰਾ ਵੱਧਦਾ ਜਾਏਗਾ। ਕੁਝ ਲੋਕ ਤੁਹਾਡੇ ਤੋਂ ਜੈਲਸ ਹੋਏ ਹੋਣਗੇ, ਉਹਨਾਂ ਨੇ ਆਪ ਕਰਮ ਕੀਤਾ ਹੋਏਗਾ, ਨਹੀਂ ਹੋਇਆ ਸਫਲ, ਤੁਸੀਂ ਸਫਲ ਕਰ ਦਿੱਤਾ, ਤੁਹਾਡੇ ਰਿਜ਼ਲਟ ਦੁਨੀਆ ਦੇ ਸਾਹਮਣੇ ਆਏ, ਉਹ ਨਹੀਂ ਸਹਾਰ ਸਕਦੇ, ਜੈਲਸ ਹੁੰਦੇ ਨੇ, ਉਹਨਾਂ ਨਿੰਦਾ ਕਰਨੀ ਹੈ। ਸਦਾ ਰਹੇਗਾ, ਹਰ ਇੱਕ ਦੀ ਹੋਈ ਹੈ। ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਵੀ, ਪੀਰ ਪੈਗੰਬਰ ਔਲੀਏ, ਹਰ ਇੱਕ ਦੀ ਜ਼ਿੰਦਗੀ ਵਿੱਚ। ਕੁਝ ਲੋਕ ਸਾਡੇ ਮੁਖ ਚੋਂ ਕੋਈ ਸ਼ਬਦ ਕ੍ਰੋਧ ਵਿੱਚ ਨਿਕਲ ਗਿਆ ਹੋਵੇਗਾ, ਕੁੜੱਤਣ 'ਚ ਨਿਕਲ ਗਿਆ ਹੋਵੇਗਾ, ਉਹਨਾਂ ਨੂੰ ਕੌੜਾ ਲੱਗਿਆ ਹੋਵੇਗਾ। ਕੋਈ ਉਹਨਾਂ ਦੀ ਗੱਲ ਤੁਸੀਂ ਨਹੀਂ ਮੰਨੀ ਹੋਏਗੀ, ਹੋ ਸਕਦਾ ਗੁਰਮਤਿ ਤੇ ਪੂਰੀ ਨਾ ਉਤਰਦੀ ਹੋਵੇ, ਹੋ ਸਕਦਾ ਤੁਹਾਡੇ ਮਿਸ਼ਨ ਦੇ ਅਪੋਜਿਟ ਹੋਵੇ, ਤੁਸੀਂ ਨਹੀਂ ਮੰਨੀ, ਉਹਨਾਂ ਦੇ ਅੰਦਰ ਕੁੜੱਤਣ ਪੈਦਾ ਹੋ ਗਈ, ਉਹ ਨਫ਼ਰਤ ਕਰਦੇ, ਉਹ ਰੁਕਾਵਟਾਂ ਖੜੀਆਂ ਕਰਨਗੇ। ਦੁਨੀਆ ਦਾ ਇੱਕ ਵੀ ਕੋਈ ਐਸੀ ਸ਼ਖਸੀਅਤ ਨਹੀਂ ਜਿਹਦੀ ਨਿੰਦਾ ਕਰਨ ਵਾਲੇ ਤੇ ਨਫ਼ਰਤ ਕਰਨ ਵਾਲੇ, ਵਿਰੋਧ ਕਰਨ ਵਾਲੇ ਨਹੀਂ ਸਨ। ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਤੇ ਕਮਾਲ ਹੀ ਸੀ। ਗੁਰੂ ਕੇ ਪਿਆਰੇ ਸਚਿਆਰੇ ਜੀਵਨ ਵਿੱਚ ਇਸੇ ਵਿੱਚੋਂ ਨਿਕਲੇ ਨੇ। ਇਹਦੇ ਚੋਂ ਨਿਕਲਣਾ ਹੀ ਕੁਰਬਾਨੀ ਹੁੰਦੀ ਹੈ, ਅਡੋਲਤਾ ਤੋਂ ਬਿਨਾਂ ਨਿਕਲਿਆ ਹੀ ਨਹੀਂ ਜਾਂਦਾ। ਜਿਹੜੇ ਅਡੋਲ ਨਹੀਂ ਹੁੰਦੇ ਉਹ ਤਾਂ ਡੋਲ ਜਾਂਦੇ ਨੇ, ਛੱਡ ਜਾਂਦੇ ਨੇ। ਇਹ ਤਾਂ ਸਦਾ ਰਹੇਗਾ। ਜਿਹਨੂੰ ਇਹਦੀ ਅਸਲੀਅਤ ਸਮਝ ਆ ਗਈ, ਉਹ ਕਦੀ ਨਹੀਂ ਕਹਿੰਦਾ ਕਿ ਨਿੰਦਕ ਨਾ ਹੋਣ ਜੀ, ਨਫ਼ਰਤ ਵਾਲੇ ਨਾ ਹੋਣ, ਵਿਰੋਧ ਨਾ ਹੋਵੇ, ਦੁੱਖ ਨਾ ਆਵੇ। ਨਹੀਂ ਨਹੀਂ, ਉਹ ਕਹਿੰਦਾ ਇਹ ਸਭ ਕੁਝ ਹੋਏਗਾ, ਪਤਾ ਹੈ ਮੈਨੂੰ, ਕਿਉਂਕਿ ਗੁਰਬਾਣੀ ਨੇ ਸੋਝੀ ਕਰਵਾ ਦਿੱਤੀ। ਉਹ ਫਿਰ ਦੁਨਿਆਵੀ ਮੰਗਾਂ ਨਹੀਂ ਮੰਗਦੇ, ਉਹ ਕਹਿੰਦੇ ਨੇ ਸਾਨੂੰ ਤਾਂ ਬਖਸ਼ਿਸ਼ ਚਾਹੀਦੀ ਹੈ, ਵਾਹਿਗੁਰੂ ਜੀ ਦੀ ਰਹਿਮਤ ਚਾਹੀਦੀ ਹੈ, ਗੁਰੂ ਸਾਹਿਬ ਦੀ ਰਹਿਮਤ ਚਾਹੀਦੀ। ਪਰ ਦੁਨੀਆ ਇਹ ਕਾਮਨਾ ਤੇ ਭੈ, ਦੁੱਖ ਨਾ ਆਉਣ, ਦੁੱਖ ਆਉਂਦੇ ਰਹਿਣ, ਇਸ ਕਾਮਨਾ ਦੇ ਮਾਇਆ ਦੇ ਮੋਹ ਵਿੱਚ ਇਹ ਲਿਪਟੇ ਹੋਏ ਨੇ। ਤ੍ਰੈ ਗੁਣ ਦੀ ਸੈ ਮੋਹਿ ਮਾਇਆ, ਇਹਦੇ ਵਿੱਚੋਂ ਤਿੰਨੋਂ ਗੁਣ ਜਨਮ ਲੈਂਦੇ ਨੇ। ਤਮੋ, ਲੋਭ ਲਾਲਚ, ਸਵਾਰਥ, ਸੈਲਫਿਸ਼ਨੈਸ। ਸਤੋ ਗੁਣ, ਧਰਮ ਦੇ ਕਰਮ ਕਰਨੇ ਨੇ ਕੁਝ ਲੈਣ ਦੀ ਪ੍ਰਾਪਤੀ ਵਿੱਚ, ਜਾਂ ਡਰ ਦੇ ਵਿੱਚ ਆਹ ਨਾ ਹੋਵੇ। ਰਜੋ ਗੁਣ, ਪਦਵੀ ਦੀ ਪ੍ਰਾਪਤੀ ਵਿੱਚ ਵੀ ਲੋਕ ਧਰਮ ਦੇ ਕਰਮ ਕਰਦੇ ਨੇ ਤੇ ਪਦਵੀ ਖੁੱਸ ਨਾ ਜਾਵੇ ਉਹਦੇ ਲਈ ਵੀ ਕਰਦੇ ਨੇ। ਇਹਦੇ ਮੋਹ ਮਾਇਆ ਵਿੱਚ ਤਿੰਨਾਂ ਗੁਣਾਂ ਵਿੱਚ ਫਸੇ ਹੋਏ ਨੇ। ਗੁਰ ਪ੍ਰਸਾਦੀ ਕੋ ਵਿਰਲਾ ਬੂਝੈ, ਚੌਥਾ ਪਦ ਲਿਵਲਾ ਬਣਿਆ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਵਿਰਲੇ ਨੇ ਜਿਹੜੇ ਇਹ ਤਿੰਨਾਂ ਅਵਸਥਾ ਤੋਂ ਉੱਪਰ ਉੱਠਦੇ ਨੇ। ਤਮੋ ਗੁਣ ਤੋਂ ਉੱਪਰ ਕਿਵੇਂ? ਕਰਮ ਕਰਨੇ ਨੇ, ਪਰਉਪਕਾਰ ਦੇ ਕਰਮ ਕਰਨੇ, ਭਲੇ ਦੇ ਕਰਮ ਕਰਨੇ ਨੇ, ਪਰ ਇਹ ਸਮਝ ਕੇ ਕਰਨੇ ਨੇ ਮੇਰੇ ਗੁਰੂ ਨੇ ਡਿਊਟੀ ਲਾਈ ਹੋਈ ਹੈ, ਜ਼ਿੰਮੇਵਾਰੀ ਲਾਈ ਹੈ। ਦੁੱਖ ਆਉਣਗੇ, ਕੋਈ ਗੱਲ ਨਹੀਂ, ਉਹ 'ਚੋਂ ਨਿਕਲਣਾ ਕੁਰਬਾਨੀ ਹੈ। ਮੰਗਾਂ ਨਹੀਂ ਮੰਗਣੀਆਂ, ਕਿਉਂਕਿ ਮੈਂ ਕਿਹੜਾ ਮੰਗਾਂ ਲਈ ਕਰ ਰਿਹਾ, ਤੇ ਪਰਉਪਕਾਰ ਜ਼ਿੰਮੇਵਾਰੀ ਹੈ, ਜ਼ਿੰਮੇਵਾਰੀ ਲਈ ਕਰ ਰਿਹਾ। ਤਮੋ ਤੋਂ ਉੱਪਰ ਹੋ ਗਿਆ। ਸਤੋ, ਉਹ ਧਰਮ ਕਮਾਏਗਾ, ਸਿੱਖਣ ਵਾਸਤੇ ਜਜ਼ਬਾ ਕਿਵੇਂ ਮਿਲੇ, ਲਗਨ ਕਿਵੇਂ ਮਿਲੇ, ਜਨੂਨ ਕਿਵੇਂ ਬਣੇ ਅੰਦਰ, ਪਰਉਪਕਾਰ ਦੀ ਬਿਰਤੀ ਤੇ ਅੱਗੇ ਕਿਵੇਂ ਵੱਧਦਾ ਰਵਾਂ, ਉਹ ਸਿੱਖਣ ਵਾਸਤੇ ਧਰਮ ਕਮਾਏਗਾ, ਮੰਗਾਂ ਮੰਗਣ ਵਾਸਤੇ ਨਹੀਂ। ਸਤੋ ਗੁਣ ਤੋਂ ਉੱਪਰ ਹੋ ਗਿਆ।
ਰਜੋਗੁਣ ਪਦਵੀ ਦੀ ਖਿੱਚੀ ਕੋਈ ਨਹੀਂ। ਜਿੰਨੇ ਕਿ ਜ਼ਿੰਮੇਵਾਰੀ ਹੈ ਉਹੀ ਮਸਾਂ ਨਿਭ ਰਹੀ ਹੈ। ਕੋਈ ਪਦਵੀ ਮਿਲ ਵੀ ਜਾਵੇ ਤਾਂ ਉਹਨੂੰ ਜ਼ਿੰਮੇਵਾਰੀ ਸਮਝਣਾ ਹੈ ਤੇ ਉਸ ਜ਼ਿੰਮੇਵਾਰੀ ਲਈ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਗੁਰੂ ਤੋਂ ਸਿੱਖਣਾ ਹੈ। ਉਹ ਰਜੋ ਤਮੋ ਸਤੋ ਤੋਂ ਉੱਪਰ ਵਿਚਰਦੇ ਨੇ, ਉਹਨੂੰ ਕਹਿੰਦੇ ਨੇ ਚੌਥਾ ਪਾਦ। ਉਹਨਾਂ ਦੇ ਅੰਦਰ ਲਿਵ ਹੁੰਦੀ ਹੈ। ਲਿਵ ਦੇ ਅਰਥ ਆਪਾਂ ਪਿੱਛੇ ਸਿੱਖੇ ਸੀ। ਜਨੂਨ ਹੁੰਦਾ ਹੈ, ਜਜ਼ਬਾ ਹੁੰਦਾ ਹੈ, ਲਗਨ ਹੁੰਦੀ ਹੈ, ਉਹਨੂੰ ਲਿਵ ਕਹਿੰਦੇ ਨੇ। ਤੁਰੇ ਰਹਿੰਦੇ ਨੇ। ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ। ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਣਾ ਉਹਨਾਂ ਤੋਂ ਜਿਹੜੇ ਗੁਰੂ ਦੇ ਉਪਦੇਸ਼ ਰਾਹੀਂ ਅੰਦਰੋਂ ਇਹ ਮਾਇਆ ਦੇ ਮੋਹ ਨੂੰ ਸਾੜ ਦਿੰਦੇ ਨੇ। ਆਖੋ ਵਾਹਿਗੁਰੂ ਜਲਾਵਣਿਆ, ਸਾੜ ਦਿੰਦੇ ਨੇ। ਗੁਰੂ ਦੇ ਉਪਦੇਸ਼ ਦੀ ਸੋਝੀ ਵਿੱਚ, ਗੁਰੂ ਦੇ ਉਪਦੇਸ਼ ਦੀ ਸੋਝੀ ਆਈ, ਤਮੋ ਗੁਣ ਸੜ ਗਿਆ। ਪਰਉਪਕਾਰ ਕਰਨੇ ਨੇ, ਕੋਈ ਮੰਗ ਰੱਖ ਕੇ ਨਹੀਂ, ਕੋਈ ਇੱਛਾ ਰੱਖ ਕੇ ਨਹੀਂ, ਜ਼ਿੰਮੇਵਾਰੀ ਸਮਝ ਕੇ ਕਰਨੇ ਨੇ। ਤਮੋ ਗੁਣ ਸੜ ਗਿਆ। ਗੁਰੂ ਦੇ ਸ਼ਬਦ ਦੀ ਰੋਸ਼ਨੀ ਵਿੱਚ, ਉਪਦੇਸ਼ ਦੀ ਰੋਸ਼ਨੀ ਵਿੱਚ, ਉਪਦੇਸ਼ ਦੀ ਸੋਝੀ ਨਾਲ ਸੜ ਗਿਆ। ਸਤੋ ਗੁਣ ਸੜ ਗਿਆ। ਕਰਮ ਕਾਂਡ, ਕੋਈ ਮੰਗਾਂ ਮੰਗਣ ਵਾਸਤੇ ਧਰਮ ਦੇ ਕਰਮ ਨਹੀਂ ਕਰਨੇ, ਜਾਂ ਦੁੱਖ ਨਾ ਆਉਣ ਉਹਦੇ ਲਈ ਧਰਮ ਦੇ ਕਰਮ ਨਹੀਂ ਕਰਨੇ। ਧਰਮ ਦੇ ਕਰਮ ਕਰਨੇ ਨੇ ਜ਼ਿੰਦਗੀ ਜਿਉਣੀ ਸਿੱਖਣ ਵਾਸਤੇ, ਪਰਉਪਕਾਰ ਦੇ ਮਿਸ਼ਨ ਤੇ ਅੱਗੇ ਕਿਵੇਂ ਵਧਣਾ ਹੈ ਸਿੱਖਣ ਵਾਸਤੇ। ਸਤੋ ਗੁਣ, ਜਿੰਨਾ ਚਿਰ ਜ਼ਿੰਮੇਵਾਰੀ, ਜੋ ਜ਼ਿੰਮੇਵਾਰੀ ਮਿਲੀ ਹੈ ਆਪਾਂ ਵਾਰ ਕੇ ਨਿਭਾਈ, ਉਸ ਆਪਾਂ ਵਾਰ ਕੇ ਨਿਭਾਉਣ ਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੋਣ। ਕੋਈ ਚਾਪਲੂਸੀ ਨਹੀਂ, ਕੋਈ ਲੋਭ ਲਾਲਚ ਨਹੀਂ। ਲੋਭ ਲਾਲਚ ਦੇ ਵਿੱਚ, ਚਾਪਲੂਸੀਆਂ ਦੇ ਵਿੱਚ, ਜ਼ਿੰਮੇਵਾਰੀਆਂ ਭਾਵੇਂ ਧਾਰਮਿਕ ਜ਼ਿੰਮੇਵਾਰੀਆਂ ਹੋਣ, ਨਿਭਾਉਣ ਵਾਲੇ ਲੋਕ ਕਰਮਕਾਂਡੀ ਹੁੰਦੇ ਨੇ। ਉਹ ਪ੍ਰਚਾਰ ਨਹੀਂ ਕਰ ਸਕਦੇ, ਉਹਦਾ ਕੋਈ ਅਸਰ ਨਹੀਂ ਹੋਏਗਾ, ਨਾ ਆਪਣੇ ਤੇ ਨਾ ਦੂਸਰਿਆਂ ਤੇ। ਗੁਰੂ ਦੇ ਸ਼ਬਦ ਰਾਹੀਂ ਇਹ ਤਿੰਨੋਂ ਜਿਹੜੇ ਗੁਣ ਨੇ ਇਹ ਸੜ ਜਾਂਦੇ ਨੇ। ਮਾਇਆ ਮੋਹ ਜਲਾਏ, ਸੋ ਹਰ ਸਿਉ ਚਿਤ ਲਾਏ, ਹਰ ਦਰ ਮਹਿਲੀ ਸ਼ੋਭਾ ਪਾਵਣਿਆ ਰਹਾਓ। ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਣਾ ਉਹਨਾਂ ਤੋਂ ਜਿਹੜੇ ਇਹ ਤਿੰਨ ਗੁਣਾਂ ਦੀ ਮਾਇਆ ਦੇ ਮੋਹ ਨੂੰ ਸਾੜ ਦਿੰਦੇ ਨੇ, ਰੱਬ ਦੇ ਨਾਲ ਗੂੜੀ ਪਿਆਰ ਪਾ ਲੈਂਦੇ ਨੇ। ਚਿੱਤ ਲਾਏ, ਉਹਨਾਂ ਦੀ ਚੇਤਾ ਸ਼ਕਤੀ ਵਿੱਚ ਹਰ ਵੇਲੇ ਰੱਬੀ ਭੈ, ਰੱਬ ਦੀ ਮਿੱਠੀ ਮਿੱਠੀ ਯਾਦ, ਰੱਬ ਦੇ ਨਿਜ਼ਮ ਨੂੰ ਯਾਦ ਰੱਖਦੇ ਨੇ, ਰੱਬੀ ਉਪਦੇਸ਼ਾਂ ਨੂੰ ਯਾਦ ਰੱਖਦੇ ਨੇ, ਰੱਬ ਦੇ ਸੱਚੇ ਗੁਣ ਨੂੰ, ਆਪਣੇ ਗਿਆਨ ਨੂੰ, ਰੱਬ ਦੇ ਸੱਚੇ ਗਿਆਨ ਨੂੰ ਆਪਣੇ ਯਾਦ ਸ਼ਕਤੀ ਵਿੱਚ ਰੱਖਦੇ ਨੇ, ਜ਼ਿੰਦਗੀ ਜਿਉਂਦੇ ਨੇ। ਉਹ ਰੱਬ ਦੇ ਦਰ ਤੇ, ਰੱਬ ਦੇ ਮਹਿਲਾਂ 'ਚ ਸ਼ੋਭਾ ਪਾਉਂਦੇ ਨੇ, ਭਾਵ ਬਖਸ਼ਿਸ਼ ਦੇ ਪਾਤਰ ਹੁੰਦੇ ਨੇ, ਉਹਨਾਂ ਨੂੰ ਬਖਸ਼ਿਸ਼ ਮਿਲਦੀ ਹੈ। ਆਖੋ ਵਾਹਿਗੁਰੂ। ਹੁਣ ਸਤਿਗੁਰੂ ਜੀ ਦੱਸ ਰਹੇ ਨੇ ਕਰਮਕਾਂਡ ਸ਼ੁਰੂ ਕਿਵੇਂ ਹੋਇਆ। ਦੇਵੀ ਦੇਵਾ ਮੂਲ ਹੈ ਮਾਇਆ। ਆ ਜਿਹੜੀ ਲੋਕਾਂ ਦੇ ਅੰਦਰ ਬੈਠੀ ਸੀ ਨਾ ਭਾਵਨਾ, ਮੈਨੂੰ ਆ ਮੰਗਾਂ ਮਿਲਣ, ਮੇਰੀਆਂ ਮੰਗਾਂ ਪੂਰੀਆਂ ਹੋ ਜਾਣ ਤੇ ਮੈਨੂੰ ਦੁੱਖ ਨਾ ਆਵੇ, ਦੁੱਖਾਂ ਦਾ ਡਰ ਤੇ ਸੁੱਖਾਂ ਦੀ ਕਾਮਨਾ। ਇਸ ਮਾਇਆ ਦੀ ਵਿਆਖਿਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੇ ਪਿੱਛੇ ਕੀਤੀ ਹੈ। ਦੁੱਖ ਸੁੱਖ ਇਹ ਜਿਉ ਬੱਧ ਹੈ। ਉਸ ਵਿੱਚ ਆਇਆ ਸੀ ਨਾ, ਮਾਇਆ ਕਿਸ ਨੂੰ ਆਖੀ ਹੈ, ਕਿਆ ਮਾਇਆ ਕਰਮ ਕਮਾਏ। ਸਿੱਖਣਾ, ਅਸੀਂ ਯਾਦ ਰੱਖਣੇ ਆ ਗੁਰੂ ਦੇ ਬਚਨ। ਸਤਿਗੁਰੂ ਜੀ ਕਹਿੰਦੇ ਲੋਕਾਂ ਦੇ ਅੰਦਰ ਜੋ ਸੁੱਖਾਂ ਦੀਆਂ ਮੰਗਾਂ ਮੰਗਣ ਦੀ ਭਾਵਨਾ ਸੀ, ਮੈਨੂੰ ਆ ਵੀ ਮਿਲ ਜੇ, ਆ ਵੀ ਮਿਲ ਜੇ, ਤੇ ਆ ਦੁੱਖ ਨਾ ਆਉਣ ਉਹਦੇ ਤੋਂ ਡਰ ਕਰਕੇ ਧਾਰਮਿਕ ਕਰਮ ਕਰਦੇ ਸੀ। ਉਹਦੇ ਚੋਂ ਜਿਹੜੇ ਦੇਵੀ ਦੇਵਤੇ ਨੇ ਨਾ, ਇਹਨਾਂ ਦੀ ਸਿਰਜਣਾ ਹੋਈ। ਆਖੋ ਫਿਰ ਇਹਨਾਂ ਦੀ ਪੂਜਾ ਸ਼ੁਰੂ ਕੀਤੀ ਗਈ ਇਸ ਤਰੀਕੇ ਨਾਲ। ਕਿਸੇ ਨੇ ਪੱਥਰ ਨੂੰ ਦੇਵਤਾ ਮੰਨਿਆ, ਇੱਕ ਮੜੀ ਬਣਾ ਲਈ 2 ਇੱਟਾਂ ਰੱਖ ਕੇ, ਜਿਨ੍ਹਾਂ ਦੇ ਖੇਤਾਂ ਵਿੱਚ ਉਹ ਇੱਟਾਂ ਬਣੀਆਂ ਹੋਈਆਂ ਨੇ। ਕਿਧਰੇ ਜਠੇਰਿਆਂ ਦੀ ਪੂਜਾ ਜੀ, ਕਿਧਰੇ ਵਡੇਰਿਆਂ ਦੀ ਪੂਜਾ ਜੀ, ਕਿਧਰੇ ਸ਼ਹੀਦਾਂ ਦੀ ਪੂਜਾ ਜੀ, ਕਿਧਰੇ ਮੁਰੀਦਾਂ ਦੀ ਪੂਜਾ ਜੀ, ਕਿਧਰੇ ਪੀਰਾਂ ਦੀ ਪੂਜਾ ਜੀ। ਉਹ 4 ਇੱਟਾਂ ਰੱਖ ਕੇ ਇੱਕ ਮੜੀ ਬਣਾ ਲਈ। ਉੱਥੇ ਕੀ ਕਰਨ ਜਾਂਦੇ ਨੇ? ਆਹ ਮੰਗਾਂ ਸਾਡੀਆਂ ਪੂਰੀਆਂ ਹੋਣ, ਮੰਗਾਂ ਮੰਗਦੇ ਨੇ। ਆਹ ਦੁੱਖ ਨਾ ਹੋਣ, ਇਹ ਕਰਦੇ ਨੇ ਉਹ। ਇਹਦੇ 'ਚੋਂ ਕਰਮਕਾਂਡ ਨਿਕਲਦਾ ਹੈ। ਕਿਸੇ ਨੇ ਬ੍ਰਿਕਸ਼ ਦੀ ਪੂਜਾ ਕੀਤੀ, ਕਿਸੇ ਨੇ ਪਾਣੀ ਦੀ ਪੂਜਾ ਕੀਤੀ, ਕਿਸੇ ਨੇ ਅਗਨੀ ਦੀ ਪੂਜਾ ਕੀਤੀ। ਹੱਦ ਹੋ ਗਈ, ਇੰਡੀਆ ਦੇ ਵਿੱਚ ਸੱਪ ਦੀ ਪੂਜਾ ਕੀਤੀ। ਆਖੋ ਵਾਹਿਗੁਰੂ। ਸੱਪ ਦੀ ਖੁੱਡ ਵਿੱਚ ਲੱਸੀ ਪਾਉਂਦੇ ਨੇ, ਕਿਸ ਲਈ? ਸਾਡੀਆਂ ਮੰਗਾਂ ਪੂਰੀਆਂ ਹੋਣ। ਗੁੱਗਾ ਪੀਰ ਮੰਗਾਂ ਪੂਰੀਆਂ ਕਰ ਦੇ, ਸਾਡੇ ਘਰ ਵਿੱਚ ਦੁੱਖ ਨਾ ਆਵੇ। ਤੇ ਉਹੀ ਗੁੱਗਾ ਪੀਰ, ਉਹੀ ਸੱਪ ਜੇ ਨਿਕਲ ਕੇ ਘਰੇ ਆ ਗਿਆ ਤੇ ਸਿਰ ਵੀ ਉਹਦਾ ਉਹੀ ਭੰਨਦੇ ਨੇ। ਆਖੋ ਵਾਹਿਗੁਰੂ। ਇੱਦਾਂ ਇਸ ਦੇ ਵਿੱਚੋਂ ਇਹ 2 ਕਾਮਨਾ ਰੂਪੀ ਮਾਇਆ ਦੇ ਵਿੱਚੋਂ ਇਹ ਕਰਮਕਾਂਡ ਨੇ ਜਨਮ ਲਿਆ। ਆਖੋ
ਸਿਮਰਤ ਸ਼ਾਸਤ ਜਿਨ ਉਪਾਇਆ। ਫਿਰ ਸਿਮਰਤੀਆਂ ਸ਼ਾਸਤਰਾਂ ਦਾ ਪਾਠ ਹੋਇਆ। ਉਹਦੀ ਪੂਜਾ ਵੀ ਸਾਰੀ ਇਸੇ ਤਰੀਕੇ ਨਾਲ ਹੋਣੀ ਸ਼ੁਰੂ ਹੋ ਗਈ। ਮੰਗਾਂ ਮੰਗਣੀਆਂ ਤੇ ਦੁੱਖਾਂ ਤੋਂ ਡਰਨਾ। ਮੰਗਾਂ ਇੱਕ ਐਸੀ ਚੀਜ਼ ਹੈ ਜਿਹੜੀਆਂ ਸਾਰੀ ਜ਼ਿੰਦਗੀ ਪੂਰੀਆਂ ਹੀ ਨਹੀਂ ਹੁੰਦੀਆਂ। ਇਹ ਐਸਾ ਖੂਹ ਹੈ ਜਿਹੜਾ ਕਦੀ ਭਰਦਾ ਹੀ ਨਹੀਂ। ਤੇ ਦੁੱਖ ਐਸੇ ਨੇ ਜਿਹੜੇ ਕਦੀ ਆਉਣੋਂ ਹਟਦੇ ਹੀ ਨਹੀਂ। ਆਖੋ ਵਾਹਿਗੁਰੂ। ਅਸਲੀਅਤ ਨਾ ਸਮਝ ਹੋਣ ਕਰਕੇ ਇਸ ਪਾਸੇ ਤੁਰ ਪਏ। ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ। ਨਿਰਾ ਕਰਮ ਕਾਂਡ ਵਿੱਚ ਹੀ ਲੱਗੇ ਰਹੇ ਤੇ ਕਾਮ ਕ੍ਰੋਧ ਆਦਿਕ ਬੇਕਾਰ ਚਿੰਬੜਦੇ ਰਹੇ। ਕ੍ਰੋਧ ਹੰਕਾਰ ਦੇ ਵਿੱਚੋਂ ਨਫ਼ਰਤ ਧੜੇ ਬੰਦੀਆਂ ਆਉਂਦੀਆਂ ਗਈਆਂ, ਵੱਧਦੀਆਂ ਗਈਆਂ। ਅੱਜ ਭਰਾ ਮਾਰੂ ਜੰਗ ਹੈ। ਆਖੋ ਵਾਹਿਗੁਰੂ। ਇਸ ਵਿੱਚ ਗਿਆਨ ਰਤਨ ਇੱਕ ਪਾਇਆ। ਇੱਕ ਗਿਆਨ ਦਾ ਰਤਨ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਰੱਖਿਆ। ਪਰ ਲੋਕਾਂ ਨੂੰ ਕਰਮਕਾਂਡੀ ਲੋਕਾਂ ਨੂੰ ਸਮਝ ਨਾ ਆਈ। ਜਿਸ ਤਰ੍ਹਾਂ ਦਾ ਧਰਮ ਸਿਖਾਇਆ ਗਿਆ ਉਹਦੇ 'ਚ ਗਿਆਨ ਰਤਨ ਦੀ ਗੱਲ ਨਹੀਂ ਕੀਤੀ। ਗਿਆਨ ਰੂਪੀ ਨਾਮ ਦੀ ਗੱਲ ਨਹੀਂ ਕੀਤੀ। ਗਿਆਨ ਪਦਾਰਥ ਦੀ ਗੱਲ ਨਹੀਂ ਕੀਤੀ। ਉਪਦੇਸ਼ ਜੋ ਹੈ ਗੁਰੂ ਦਾ ਗੁਰ ਸਰੂਪ ਹੈ, ਗੁਰ ਸਰੂਪ ਦੀ ਗੱਲ ਨਹੀਂ ਕੀਤੀ ਗਈ। ਜੇ ਕਿਸੇ ਨੇ ਸ਼੍ਰੀ ਅਖੰਡ ਪਾਠ ਸਾਹਿਬ ਕਰਾਇਆ, ਕੋਲ ਬੈਠਾ ਹੀ ਨਹੀਂ, ਉਹ ਗੁਰੂ ਕੋਲ ਤੇ ਗਿਆ, ਗੁਰ ਸਰੂਪ ਤੱਕ ਨਹੀਂ ਪਹੁੰਚ ਸਕਦਾ। ਗੁਰੂ ਦੇ ਉਪਦੇਸ਼ ਤੱਕ ਨਹੀਂ ਪਹੁੰਚ ਸਕਦਾ। ਗੁਰੂ ਦਾ ਉਪਦੇਸ਼ ਉਹਦੀ ਮੱਤ ਵਿੱਚ ਜਾ ਨਹੀਂ ਸਕਦਾ, ਕਿਉਂਕਿ ਉਹਦੀ ਭਾਵਨਾ ਹੀ ਨਹੀਂ, ਉਹਦੀ ਭਾਵਨਾ ਹੀ ਕੋਈ ਹੋਰ ਹੈ। ਸਾਨੂੰ ਧਰਮ ਹੀ ਉਸ ਤਰੀਕੇ ਨਾਲ ਸਿਖਾ ਦਿੱਤਾ ਗਿਆ। ਉਹ ਗਿਆਨ ਦਾ ਜਿਹੜਾ ਰਤਨ ਸੀ ਉਹ ਮਿਲਣਾ ਕਿਵੇਂ ਸੀ? ਗੁਰ ਪ੍ਰਸਾਦੀ ਮਨ ਵਸਾਇਆ। ਇਹ ਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ। ਜਦੋਂ ਮੰਨਣ ਦੀ ਭਾਵਨਾ ਆਈ, ਮੰਨਣ ਦੀ ਭਾਵਨਾ ਆਈ, ਬੜਾ ਚੰਗਾ ਲੱਗਿਆ। ਉਹਦੇ ਤੇ ਜਿਉਣਾ ਚੰਗਾ ਲੱਗਿਆ, ਅੰਦਰ ਵਸ ਗਿਆ। ਆਖੋ ਵਾਹਿਗੁਰੂ। ਜਤ ਸਤ ਸੰਜਮ ਸੱਚ ਕਮਾਵੈ, ਗੁਰ ਪੂਰੈ ਨਾਮ ਤੇ ਆਵਣਿਆ। ਤੇ ਦੁਨੀਆ ਕਹਿੰਦੀ ਸੀ ਆਹ ਜਤ ਹੈ, ਉਹ ਕਹਿੰਦੇ ਸੀ ਆਹ ਸੱਤ ਹੈ, ਦਾਨ ਇਸ ਤਰ੍ਹਾਂ ਕਰਨਾ ਹੈ, ਜਤ ਇਸ ਤਰ੍ਹਾਂ ਰੱਖਣਾ ਹੈ, ਸੰਜਮ ਸਾਧਨਾ ਇਸ ਤਰ੍ਹਾਂ ਹੋਣੀ ਚਾਹੀਦੀ ਹੈ। ਸਤਿਗੁਰੂ ਕਹਿੰਦੇ ਪਤਾ ਲੱਗਿਆ ਸੱਚ ਕਮਾਉਣਾ, ਗੁਰੂ ਦੇ ਉਪਦੇਸ਼ ਨੂੰ ਸੋਚ ਸੁਭਾਅ 'ਤੇ ਲਾਗੂ ਕਰਕੇ ਪ੍ਰੈਕਟੀਕਲ ਜਿਉਣਾ ਹੀ ਜਤ ਹੈ। ਇਹੀ ਸਭ ਤੋਂ ਵੱਡਾ ਦਾਨ ਹੈ, ਇਹੀ ਸਭ ਤੋਂ ਵੱਡਾ ਸੰਜਮ ਸਾਧਨ ਹੈ। ਇਹ ਪੂਰੇ ਗੁਰੂ ਨੇ ਗਿਆਨ ਰੂਪੀ ਨਾਮ ਦਿੱਤਾ ਤੇ ਭਾਵਨਾ ਨੇ ਇਸ ਵੱਲ ਧਿਆਨ ਰੱਖਣਾ ਸਿਖਾ ਦਿੱਤਾ। ਗੁਰੂ ਦੇ ਉਪਦੇਸ਼ ਨੂੰ ਧਿਆਨ ਵਿੱਚ ਰੱਖ ਕੇ ਜ਼ਿੰਦਗੀ ਦੇ ਫੈਸਲੇ ਲੈਣੇ, ਜਿਉਣਾ ਸਿਖਾ ਦਿੱਤਾ। ਪਈ ਐੜੈ ਤਨ ਭਰਮ ਭੁਲਾਣੀ, ਕਿਉਂਕਿ ਰੱਬ ਦਾ ਪਿਤਾ ਦਾ ਘਰ ਹੈ ਇਹ ਸੰਸਾਰ। ਇਹ ਸੰਸਾਰਕ ਜੀਵਨ ਪੇਕੇ ਘਰ ਹੈ। ਇਹਦੇ ਵਿੱਚ ਧਨ ਸਾਡੀ ਮੱਤ ਹੈ, ਔਰਤ ਮੱਤ ਇਹ ਰੱਬ ਦੇ ਘਰ ਵਿੱਚ ਜਿਉਂਦੀ ਹੈ ਤੇ ਭਰਮ ਭੁਲੇਖੇ ਵਿੱਚ ਲੱਗੀ ਹੋਈ ਹੈ। ਆਖੋ ਵਾਹਿਗੁਰੂ। ਦੂਜੈ ਲਾਗੀ ਫਿਰ ਪਛਤਾਣੀ। ਇਹਦੀ ਸਕੂਲਿੰਗ ਹੀ ਇਸ ਤਰ੍ਹਾਂ ਦੀ ਹੋਈ, ਇਹਨੂੰ ਸਿਖਾਇਆ ਹੀ ਇਸ ਤਰ੍ਹਾਂ ਦਾ ਗਿਆ। ਇਹਦਾ ਪਿਆਰ ਹੀ ਦੂਜੇ ਪਾਸੇ ਲੱਗਿਆ ਹੋਇਆ। ਇਹਨੇ ਜਿੰਨੇ ਕਰਮ ਕੀਤੇ ਨੇ ਉਹ ਆਪਣੀ ਅੰਦਰਲੀ ਭਾਵਨਾਵਾਂ ਨੂੰ ਪੂਰੀਆਂ ਕਰਨ ਵਾਸਤੇ ਕੀਤੇ। ਹਲਤ ਪਲਤ ਦੋਵੈ ਗਵਾਏ, ਸੁਪਨੈ ਸੁਖ ਨ ਪਾਵਨਿਆ। ਇਹਨੇ ਅੰਦਰਲਾ ਜੀਵਨ ਵੀ ਤੇ ਬਾਹਰਲਾ ਜੀਵਨ ਵੀ ਵਿਅਰਥ ਗਵਾਇਆ। ਸੁਪਨੇ ਵਿੱਚ ਵੀ ਸੁੱਖ ਨਹੀਂ ਪਾਏਗਾ। ਇਹ ਇੱਕ ਕਹਾਵਤ ਹੈ। ਇਹਦੇ ਅਰਥ ਨੇ ਇਸ ਸੁੱਖ ਵਾਲੇ ਪਾਸੇ ਮੱਤ ਤੁਰੀ ਹੋਈ ਨਹੀਂ, ਇਹਨੂੰ ਆਤਮਿਕ ਸੁੱਖ ਮਿਲ ਹੀ ਨਹੀਂ ਸਕਦਾ। ਪਈ ਐੜੈ ਧਨ ਕੰਤ ਸੰਭਾਲੇ। ਜਿਸ ਮੱਤ ਨੇ ਇਸ ਪੇਕੇ ਘਰ ਵਿੱਚ ਭਾਵ ਇਸ ਜੀਵਨ ਵਿੱਚ ਵਾਹਿਗੁਰੂ ਜੀ ਦੀ ਯਾਦ ਨੂੰ, ਵਾਹਿਗੁਰੂ ਦੇ ਭੈ ਨੂੰ, ਵਾਹਿਗੁਰੂ ਜੀ ਦੇ ਸੱਚੇ ਗਿਆਨ ਨੂੰ, ਗਿਆਨ ਰੂਪੀ ਨਾਮ ਨੂੰ, ਰੱਬ ਦੇ ਨਿਜ਼ਮ ਨੂੰ ਹਿਰਦੇ 'ਚ ਸੰਭਾਲਿਆ, ਭਾਵ ਫੋਲੋ ਕੀਤਾ, ਮੰਨਿਆ। ਉਹਨਾਂ ਅੰਦਰ ਜੋ ਪ੍ਰਕਿਰਿਆ ਹੋਈ, ਗੁਰ ਪ੍ਰਸਾਦੀ ਵੇਖੈ ਨਾਲੇ। ਗੁਰੂ ਦੀ ਕਿਰਪਾ, ਉਹਨਾਂ ਨੂੰ ਹਾਜ਼ਰ ਨਾਜ਼ਰ ਮਹਿਸੂਸ ਹੋਇਆ। ਉਹਨਾਂ ਨੂੰ ਲੱਗਿਆ ਵਾਹਿਗੁਰੂ ਜੀ ਦੀ ਐਗਜ਼ਿਸਟੈਂਸ ਹਰ ਵੇਲੇ ਹਰ ਥਾਂ 'ਤੇ ਹੈ, ਮੇਰੇ ਅੰਦਰ ਬਾਹਰ। ਵਾਹਿਗੁਰੂ ਜੀ ਦਾ ਨਿਜ਼ਮ ਹਰ ਵੇਲੇ ਮੇਰੇ ਸਾਹਮਣੇ, ਮੇਰੇ ਅੰਦਰ, ਮੇਰੇ ਬਾਹਰ ਹੈ। ਵਾਹਿਗੁਰੂ ਜੀ ਦੇ ਗੁਣ ਹਰ ਥਾਂ 'ਤੇ ਨੇ। ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਹਰ ਥਾਂ 'ਤੇ ਹੈ। ਇੱਦਾਂ ਫਿਰ ਵਾਹਿਗੁਰੂ ਜੀ ਦੇ ਪਿਆਰ ਵਿੱਚ ਫਿਰ ਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ। ਫਿਰ ਰੱਬ ਦੇ ਪਿਆਰ ਵਿੱਚ ਉਹਨਾਂ ਨੂੰ ਅਡੋਲਤਾ ਮਿਲਦੀ ਹੈ, ਅਡੋਲ ਹੋ ਕੇ ਜਿਉਣਾ, ਉਸ ਪਿਆਰ ਵਿੱਚ ਭਿੱਜੇ ਰਹਿਣਾ, ਅੰਦਰ ਇੱਕ ਸੰਤੁਸ਼ਟੀ, ਅੰਦਰ ਇੱਕ ਆਨੰਦ। ਗੁਰੂ ਦੇ ਉਪਦੇਸ਼ ਰਾਹੀਂ ਸ਼ਿੰਗਾਰ ਬਣਾਇਆ, ਸੁਭਾਅ ਨੂੰ ਸੋਹਣਾ ਬਣਾਇਆ, ਸੋਚ ਨੂੰ ਸ਼ਿੰਗਾਰ ਲਿਆ। ਆਖੋ ਸੁਭਾਅ ਸੰਵਰੇਗਾ, ਸੁਭਾਅ ਨੂੰ ਸ਼ਿੰਗਾਰਿਆ ਜਾਏਗਾ ਤੇ ਗੁਰਮੁਖ ਸੁਭਾਅ ਬਣੇਗਾ।
ਸੋਚ ਨੂੰ, ਮਤ ਨੂੰ ਸ਼ਿੰਗਾਰਿਆ ਜਾਏਗਾ ਤੇ ਗੁਰਮਤ ਬਣੇਗੀ। ਆਖੋ ਵਾਹਿਗੁਰੂ। ਗੁਰਮਤ ਤੇ ਗੁਰਮੁਖ ਮਿਲਾ ਕੇ ਹੀ ਤਾਂ ਸਿੱਖ ਜੀਵਨ ਬਣੇਗਾ। ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ। ਇਹ ਜੀਵਨ ਜਨਮ ਸਫਲ ਕਿਵੇਂ ਹੋਏਗਾ? ਜੀਵਨ ਸਫਲ ਕਿਵੇਂ ਹੋਏਗਾ? ਜੇ ਗੁਰੂ ਦੀ ਆਵਾਜ਼ ਨੂੰ ਪਾਏਗਾ। ਜਿਹੜੇ ਗੁਰੂ ਘਰ ਜਾਂਦੇ ਨੇ ਅੰਦਰ ਬੈਠਦੇ ਹੀ ਨਹੀਂ, ਬਾਹਰ ਹੀ ਭੱਜੇ ਰਹਿੰਦੇ ਨੇ। ਗੁਰੂ ਦੀ ਆਵਾਜ਼ ਕਿਵੇਂ ਪਤਾ ਲੱਗੇਗੀ? ਬੈਠੇ ਨੇ, ਅਰਥ ਨਹੀਂ ਸਮਝੇ, ਅਰਥ ਸਿੱਖੇ ਨਹੀਂ, ਕਨਸੈਪਟ ਨਹੀਂ ਸਮਝੇ, ਰਮਜ਼ਾਂ ਨਹੀਂ ਸਮਝੀਆਂ, ਗੁਰਬਾਣੀ ਦੀਆਂ ਕਹਾਵਤਾਂ ਨਹੀਂ ਸਮਝੀਆਂ, ਗੁਰਬਾਣੀ ਦੀ ਗ੍ਰਾਮਰ ਨੂੰ ਦੇਖ ਕੇ ਉਹਦੇ ਉਪਦੇਸ਼ ਨੂੰ ਨਹੀਂ ਸਮਝਿਆ, ਤਾਂ ਕਿੱਦਾਂ ਪਾਏਗਾ ਉਹ ਸਤਿਗੁਰ ਸਰੂਪ ਨੂੰ? ਗੁਰੂ ਦੀ ਆਵਾਜ਼ ਨੂੰ ਕਿਵੇਂ ਪ੍ਰਾਪਤ ਕਰੇਗਾ? ਭਾਵ ਉਹ ਗੁਰੂ ਦੀ ਆਵਾਜ਼ ਨੂੰ ਕਿਵੇਂ ਮੰਨੇਗਾ? ਕਿਵੇਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਏਗਾ? ਫਿਰ ਬਦਕਿਸਮਤੀ ਉਹਦੀ ਤਾਂ ਵਿਜ਼ਨ ਹੀ ਹੋਰ ਹੈ, ਉਹਦੇ ਤਾਂ ਲਗਨ ਹੀ ਹੋਰ ਹੈ, ਉਹ ਤਾਂ ਮੰਗਾਂ ਲਈ ਕਰ ਰਿਹਾ, ਉਹ ਤਾਂ ਭੁੱਖਾਂ ਲਈ ਕਰ ਰਿਹਾ, ਦੁੱਖਾਂ ਤੋਂ ਬਚਣ ਲਈ ਕਰ ਰਿਹਾ। ਦੂਜਾ ਭਾਉ ਗੁਰ ਸ਼ਬਦ ਜਲਾਇਆ। ਪਰ ਜੇ ਉਹ ਗੁਰੂ ਦੀ ਆਵਾਜ਼ ਨੂੰ ਸਮਝਣ ਤੁਰ ਪਵੇ, ਗੁਰੂ ਦਾ ਉਪਦੇਸ਼ ਮੰਨਣ ਤੁਰ ਪਵੇ, ਤਾਂ ਜਿਹੜਾ ਦੂਜਾ ਭਾਉ ਹੈ ਇਹ ਸੜ ਜਾਏਗਾ। ਫਿਰ ਪਤਾ ਲੱਗੇਗਾ, ਓ ਮਾਈ ਗੋਡ, ਮੈਂ ਤਾਂ ਧਰਮ ਨੂੰ ਕੀ ਸਮਝਦਾ ਸੀ? ਧਰਮ ਤਾਂ ਮੇਰੀ ਸੋਚ ਸੁਭਾਅ ਨੂੰ ਸ਼ਿੰਗਾਰਨ ਵਾਸਤੇ ਹੈ। ਫਿਰ ਉਹਨੂੰ ਸਮਝ ਪਵੇਗੀ ਕਿ ਉਹ ਕਹਿੰਦਾ ਸੀ ਘਰ 'ਚ ਏਕਤਾ ਹੋਵੇ, ਹੁਣ ਪਤਾ ਲੱਗਿਆ ਏਕਤਾ ਤਾਂ ਸੁਭਾਅ ਸੋਚ ਵਿੱਚੋਂ ਨਿਕਲੇਗੀ। ਫਿਰ ਉਹ ਕਹਿੰਦਾ ਸੀ ਮੈਂ ਸੁਖੀ ਹੋਵਾਂ, ਫਿਰ ਪਤਾ ਲੱਗਿਆ ਸੁਖੀ ਅਮੀਰੀ ਵਿੱਚੋਂ ਨਹੀਂ, ਪ੍ਰਾਪਰਟੀ ਵਿੱਚੋਂ ਨਹੀਂ, ਸੁਖੀ ਤਾਂ ਗੁਰਮੁਖਤਾਈ ਦੇ ਜੀਵਨ ਵਿੱਚੋਂ ਹੋਏਗਾ। ਉਹ ਜਿਹੜਾ ਦੂਜਾ ਭਾਵ ਸੀ, ਦੂਜੇ ਪਾਸੇ ਦੀ ਲਗਨ ਸੀ, ਦੂਸਰੇ ਪਾਸੇ ਦੀ ਖਿੱਚ ਸੀ, ਦੂਸਰੇ ਪਾਸੇ ਦਾ ਪਿਆਰ ਸੀ, ਗੁਰੂ ਦੇ ਸ਼ਬਦ ਦੀ ਸੋਝੀ ਨੇ ਉਸਾੜ ਦਿੱਤਾ। ਆਖੋ ਵਾਹਿਗੁਰੂ। ਏਕੋ ਰਬ ਰਹਿਆ ਘਟ ਅੰਤਰ, ਮਿਲ ਸਤ ਸੰਗਤ ਹਰ ਗੁਣ ਗਾਵਣਿਆ। ਫਿਰ ਸੋਝੀ ਆਈ ਗੁਰੂ ਕੀ ਸੰਗਤ ਵਿੱਚ, ਮਨ ਨੂੰ ਸੱਚ ਦੀ ਸੰਗਤ ਕਰਨੀ ਆ ਗਈ। ਗੁਰੂ ਦਾ ਉਪਦੇਸ਼ ਸੱਚ ਦੀ ਸੰਗਤ ਹੈ। ਗੁਰੂ ਦੇ ਉਪਦੇਸ਼ਾਂ ਵਿੱਚ ਰੱਬੀ ਗਿਆਨ ਹੈ, ਰੱਬੀ ਗਿਆਨ ਨੂੰ ਮੰਨਣਾ ਸੱਚ ਦੀ ਸੰਗਤ ਹੈ। ਰੱਬੀ ਉਪਦੇਸ਼ਾਂ ਨੂੰ ਮੰਨਣਾ, ਰੱਬ ਦੇ ਨਿਯਮ ਨੂੰ ਫੋਲੋ ਕਰਨਾ ਹੈ, ਇਹ ਸੱਚ ਦੀ ਸੰਗਤ ਹੈ। ਜਦੋਂ ਮਨ ਨੂੰ ਸੱਚ ਦੀ ਸੰਗਤ ਕਰਨੀ ਆ ਗਈ, ਫਿਰ ਵਾਹਿਗੁਰੂ ਜੀ ਹਰ ਥਾਂ ਤੇ ਹਰ ਇੱਕ ਦੇ ਅੰਦਰ ਵਸਦੇ ਹੋਏ ਉਹਦੇ ਨਿਯਮ ਦੀ, ਉਹਦੇ ਗਿਆਨ ਦੀ ਸੋਝੀ ਆਈ ਤੇ ਗੁਣ ਗਾਉਣੇ, ਗੁਰਮਤ ਅਨੁਸਾਰ ਯੁਗਤ ਆ ਗਈ। ਮੈਂ ਫਿਰ ਦੁਹਰਾ ਦਿੰਦਾ, ਗੁਣਾਂ ਵਾਲਾ ਜੀਵਨ ਜਿਉਣਾ, ਸ਼ੁਕਰਾਨਾ ਕਰਨਾ, ਗੁਣ ਰੱਬ ਦੇ ਹੈ। ਦੂਸਰਾ, ਗੁਣਾਂ ਨਾਲ ਪਰਉਪਕਾਰ ਕਰਨਾ ਔਰ ਸ਼ੁਕਰਾਨਾ ਕਰਨਾ ਕਿ ਪਰਉਪਕਾਰ ਦੀ ਬਿਰਤੀ, ਪਰਉਪਕਾਰ ਦੀ ਲਗਨ, ਸਿਦਕ, ਇਹ ਰੱਬ ਦੀ ਬਖਸ਼ਿਸ਼ ਹੈ। ਤੇ ਗੁਣਾਂ ਦੀ ਚਰਚਾ ਕਰਨੀ, ਰੱਬ ਦੀ ਚਰਚਾ, ਗੁਰੂ ਦੇ ਮਾਰਗ ਦੀ ਚਰਚਾ, ਰੱਬ ਦੇ ਮਾਰਗ ਦੀ ਚਰਚਾ ਕਰਨੀ, ਗੁਰੂ ਦੇ ਉਪਦੇਸ਼ਾਂ ਦੀ, ਰੱਬ ਦੇ ਗੁਣਾਂ ਦੀ, ਰੱਬ ਦੇ ਨਿਯਮ ਦੀ, ਰੱਬੀ ਗਿਆਨ ਦੀ ਡਿਸਕਸ਼ਨ ਕਰਨੀ। ਇਸ ਭਾਵਨਾ ਨਾਲ ਮੈਂ ਵੀ ਸਿੱਖਣਾ ਤੇ ਹੋਰਨਾਂ ਨੂੰ ਵੰਡਣਾ। ਇਹ ਗੁਣ ਗਾਉਣ ਦੀ ਯੁਗਤ ਆ ਗਈ। ਸਤਿਗੁਰ ਨਾ ਸੇਵੈ ਸੋ ਕਾਹੇ ਆਇਆ। ਜਿਨ੍ਹਾਂ ਨੇ ਗੁਰੂ ਦੀ ਆਵਾਜ਼ ਨੂੰ ਨਹੀਂ ਮੰਨਿਆ, ਸਤਿਗੁਰ ਸਰੂਪ ਨੂੰ ਨਹੀਂ ਮੰਨਿਆ, ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਿਆ, ਉਹਨਾਂ ਦਾ ਕਾਹਦਾ ਆਉਣਾ ਹੋਇਆ? ਆਖੋ। ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ। ਤ੍ਰਿਗ ਹੈ ਉਹਨਾਂ ਦਾ ਜੀਵਨ, ਲਾਹਨਤ ਹੈ। ਉਹਨਾਂ ਨੇ ਵਿਅਰਥ ਗਵਾ ਲਿਆ। ਇੰਨਾ ਕੀਮਤੀ, ਸਭ ਤੋਂ ਕੀਮਤੀ ਸੀ, ਪ੍ਰੈਸੀਅਸ ਗਿਫਟ ਹੈ ਰੱਬ ਦੀ ਇਹ ਜੀਵਨ। ਮਨਮੁਖ ਨਾਮ ਚਿਤ ਨ ਆਵੈ, ਬਿਨ ਨਾਵੈ ਬਹੁ ਦੁਖ ਪਾਵਣਿਆ। ਮਨ ਦੇ ਪਿੱਛੇ ਲੱਗ ਕੇ ਗਿਆਨ ਰੂਪੀ ਨਾਮ ਦਾ ਚੇਤਾ ਹੀ ਨਹੀਂ, ਯਾਦ ਹੀ ਨਹੀਂ। ਗਿਆਨ ਰੂਪੀ ਨਾਮ ਉਪਦੇਸ਼ ਨੂੰ ਮੰਨ ਕੇ ਜਿਉਣਾ ਹੈ। ਇਹਦੇ ਤੋਂ ਬਿਨਾਂ ਜ਼ਿੰਦਗੀ 'ਚ ਦੁੱਖ ਹੀ ਦੁੱਖ ਸਹੇੜੇ। ਜਿਨ ਸਿਸ਼ਟ ਸਾਜੀ ਸੋਈ ਜਾਣੈ। ਜਿਸ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਸਾਜੀ, ਉਹ ਜਾਣਦੇ ਨੇ ਨਿਯਮ ਕੀ ਹੈ, ਉਪਦੇਸ਼ ਕੀ ਹੈ, ਜਿਉਣਾ ਕਿਵੇਂ ਹੈ। ਆਪੇ ਮੇਲਾ ਸ਼ਬਦ ਪਛਾਣੈ। ਜਦੋਂ ਗੁਰੂ ਦਾ ਸ਼ਬਦ ਚੰਗਾ ਲੱਗਦਾ ਨਾ, ਗੁਰੂ ਦੇ ਸ਼ਬਦ ਅਨੁਸਾਰ ਜੀਵਨ ਜਿਉਣ ਦੀ ਸੋਝੀ, ਲਗਨ, ਪਿਆਰ, ਜਜ਼ਬਾ ਜਾਗਦਾ ਹੈ। ਇਹ ਸਭ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਉਹ ਆਪ ਹੀ ਖੇਲ ਵਰਤਾਉਂਦੇ। ਨਾਨਕ ਨਾਮ ਮਿਲਿਆ ਤਿੰਨ ਜਨ ਕੋ, ਜਿਨ ਤੁਰ ਮਸਤਕ ਲੇਖ ਲਿਖਾ ਬਣਿਆ। ਇਹ ਨਾਨਕ ਜੀ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਗੁਰੂ ਨੂੰ, ਰੱਬ ਨੂੰ ਸਮਰਪਿਤ ਹੋ ਕੇ ਸੇਵਕ ਬਣਨ ਦੀ ਯੋਗਤਾ ਆਈ। ਤੇ ਉਹਨਾਂ ਦੇ ਧੁਰ ਮਸਤਕ, ਧੁਰ ਹਿਰਦੇ ਵਿੱਚ ਭਾਵਨਾ ਬਣ ਕੇ, ਮਸਤਕ ਮਤ ਦੇ ਵਿੱਚ ਸੋਚ ਬਣ ਕੇ ਵਿਚਾਰਧਾਰਾ ਲਿਖੀ ਗਈ। ਜਿਨ੍ਹਾਂ ਦੀ ਆਈਡੀਓਲੋਜੀ ਇਹ ਲਿਖੀ ਗਈ, ਜਿਨ੍ਹਾਂ ਦੇ ਅੰਦਰ ਇਹ ਭੁੱਖ ਬਣ ਗਈ। ਮਾਝ ਮਹੱਲਾ ਚੌਥਾ। ਹੁਣ ਯਾਦ ਰੱਖਿਓ, ਪਿਛਲੀਆਂ ਅਸ਼ਟਪਦੀਆਂ
ਗੁਰੂ ਅਮਰਦਾਸ ਸਾਹਿਬ ਜੀ ਦੀਆਂ ਸੀ। ਇੱਥੇ ਹੁਣ ਮਾਝ ਰਾਗ ਦੀ 34ਵੀਂ ਅਸ਼ਟਪਦੀ ਸ਼ੁਰੂ ਹੋ ਰਹੀ ਹੈ ਔਰ ਗੁਰੂ ਰਾਮਦਾਸ ਸਾਹਿਬ ਜੀ ਦੀਆਂ 32 ਪੂਰੀਆਂ ਹੋ ਚੁੱਕੀਆਂ ਨੇ ਤੇ ਚੌਥੇ ਪਾਤਸ਼ਾਹ ਦੀ ਅਸ਼ਟਪਦੀ ਸ਼ੁਰੂ ਹੋ ਰਹੀ ਹੈ। ਆਦਿ ਪੁਰਖ ਅਪਰੰਪਰ ਆਪੇ ਵਾਹਿਗੁਰੂ ਜੀ ਆਦਿ ਪੁਰਖ ਨੇ, ਬੇਅੰਤ ਨੇ, ਪਰੇ ਤੋਂ ਪਰੇ ਨੇ। ਉਹਨਾਂ ਦਾ ਵਰਤਾਰਾ ਵਰਤ ਰਿਹਾ, ਉਹਨਾਂ ਦੇ ਨਿਯਮ ਚੱਲ ਰਹੇ ਨੇ, ਉਹਨਾਂ ਦੇ ਰੱਬੀ ਗਿਆਨ ਦਾ ਵਰਤਾਰਾ ਵਰਤ ਰਿਹਾ। ਥਾਪੇ ਥਾਪੇ ਥਾਪ ਅਥਾਪੇ ਉਹ ਆਪ ਹੀ ਪੈਦਾ ਕਰਦੇ ਨੇ, ਆਪ ਹੀ ਉਸ ਨੂੰ ਨਾਸ਼ ਕਰ ਦਿੰਦੇ ਨੇ। ਜੋ ਉਹਦੇ ਸਿਸਟਮ ਦੇ ਫਿੱਟ ਨਹੀਂ ਹੈ ਉਹਨੂੰ ਨਾਸ਼ ਕਰ ਦਿੰਦੇ ਨੇ, ਜੋ ਸਿਸਟਮ ਦੇ ਫਿੱਟ ਹੈ ਉਹਨੂੰ ਪੈਦਾ ਕਰ ਦਿੰਦੇ ਨੇ। ਸਭ ਮਹਿ ਵਰਤੈ ਏਕੋ ਸੋਈ, ਗੁਰਮੁਖ ਸ਼ੋਭਾ ਪਾ ਬਣਿਆ। ਸਾਰਿਆਂ ਅੰਦਰ ਵਾਹਿਗੁਰੂ ਜੀ ਦਾ ਨਿਯਮ, ਵਾਹਿਗੁਰੂ ਜੀ ਦਾ ਗਿਆਨ, ਵਾਹਿਗੁਰੂ ਜੀ ਦੀ ਜੋਤ, ਵਾਹਿਗੁਰੂ ਜੀ ਦੇ ਗੁਣ ਵਰਤ ਰਹੇ ਨੇ। ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਉਪਦੇਸ਼ ਨੂੰ ਸਮਰਪਿਤ ਹੋ ਜਾਂਦੇ ਨੇ, ਉਹ ਸ਼ੋਭਾ ਦੇ ਅਰਥ ਇੱਥੇ ਬਖਸ਼ਿਸ਼ ਹੈ, ਉਹ ਬਖਸ਼ਿਸ਼ ਪਾ ਲੈਂਦੇ ਨੇ। ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ। ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਣਾ ਉਹਨਾਂ ਤੋਂ ਜਿਹੜੇ ਨਿਰਾਕਾਰ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਧਿਆਨ ਵਿੱਚ ਰੱਖ ਕੇ ਜੀਵਨ ਜਿਉਂਦੇ ਨੇ। ਇਸ ਰੂਪ ਨਾ ਰੇਖਿਆ ਘਟ ਘਟ ਦੇਖਿਆ, ਗੁਰਮੁਖ ਅਲਖ ਲਖਾ ਬਣਿਆ ਰਹਾਓ। ਸ਼ਬਦ ਦਾ ਸੈਂਟਰਲ ਆਈਡੀਆ ਹੈ ਜਿਸ ਵਾਹਿਗੁਰੂ ਜੀ ਦਾ ਕੋਈ ਰੂਪ ਨਹੀਂ, ਕੋਈ ਰੇਖਾ ਨਹੀਂ, ਕੋਈ ਚਿੰਨ੍ਹ ਨਹੀਂ, ਇਨਵਿਜ਼ੀਬਲ ਹੈ। ਗੁਰਮੁਖਾਂ ਨੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੋ ਕੇ ਜੋ ਸੋਚ ਸੁਭਾਅ ਬਣੀ, ਗੁਰਮਤਿ ਵਾਲੀ ਸੋਚ ਤੇ ਗੁਰਮੁਖ ਸੁਭਾਅ, ਉਸ ਵਿੱਚ ਭਾਵਨਾ ਐਸੀ ਬਣ ਗਈ ਉਹ ਜੋ ਲਖਿਆ ਨਹੀਂ ਜਾ ਸਕਦਾ, ਸਮਝਿਆ ਨਹੀਂ ਜਾ ਸਕਦਾ। ਉਸ ਵਾਹਿਗੁਰੂ ਜੀ ਨੂੰ ਮਹਿਸੂਸ ਕੀਤਾ, ਲਿਖਾਵਣਿਆ ਤੇ ਹੋਰਨਾਂ ਨੂੰ ਦੱਸਿਆ। ਜੋ ਇਨਵਿਜ਼ੀਬਲ ਹੈ, ਜੋ ਉਹਦਾ ਨਿਯਮ ਦਿਸਦਾ ਨਹੀਂ, ਉਸ ਨਿਯਮ ਨੂੰ ਸਮਝਿਆ, ਮਹਿਸੂਸ ਕੀਤਾ, ਹੋਰਾਂ ਨੂੰ ਪ੍ਰੇਰਿਤ ਕੀਤਾ। ਵਾਹਿਗੁਰੂ ਜੀ ਦੇ ਰੱਬੀ ਗਿਆਨ ਨੂੰ, ਜੋ ਗਿਆਨ ਦਿਸਦਾ ਨਹੀਂ, ਉਸ ਸੱਚੇ ਗਿਆਨ ਨੂੰ ਗੁਰੂ ਤੋਂ ਬੁੱਝਿਆ, ਗੁਰੂ ਤੋਂ ਸਿੱਖਿਆ, ਜ਼ਿੰਦਗੀ ਜਿਉਇਆ, ਲਿਖਾਵਣਿਆ, ਹੋਰਾਂ ਨੂੰ ਪ੍ਰੇਰਿਤ ਕੀਤਾ। ਸਤਿਗੁਰੂ ਕਿਰਪਾ ਕਰਨ ਸਾਡਾ ਵੀ ਐਸਾ ਹੀ ਜੀਵਨ ਬਣੇ। ਅੱਗੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਦੂਜਾ ਪਦਾ ਇਸ ਅਸ਼ਟਪਦੀ ਦਾ ਸ਼ੁਰੂ ਹੋਏਗਾ, ਜੋ ਕਿ ਅਗਲੇ ਐਪੀਸੋਡ ਵਿੱਚ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ